कि गरीब नवाज वालिए कुल आलम शाही शहनशाह खंडां ब्रह्मंडां दे मालक सतगुरु शब्द गुरु धन धन श्री गुरु ग्रंथ साहिब महाराज जी दी मुकद्दस मुबारक खुशियां भरी गोद अंदर सज बैठे सतसंगी जनों वड भागे खां ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਰੱਬੀ ਬਾਣੀ ਦਾ ਆਨੰਦ ਆਪ ਜੀ ਨੇ ਮਾਣਿਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਹਿਰਾਸ ਸੋਦਰ ਦੀ ਬਾਣੀ ਕਿਰਪਾ ਕੀਤੀ ਸਾਡੀ ਝੋਲੀ ਵਿੱਚ ਪਾਈ। ਉਸੇ ਬਾਣੀ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ। ਕੱਲ ਸੋਦਰ ਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ। ਅਗਲਾ ਬਚਨ ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਇਹ ਦੂਜਾ ਸ਼ਬਦ ਸੋਦਰ ਬਾਣੀ ਦਾ, ਇਸ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨੀ ਹੈ। ਆਓ ਸਤਿਗੁਰ ਦਾਤਾ ਕਿਰਪਾ ਕਰੇ। ਸਤਿਗੁਰੂ ਜੀ ਤੋਂ ਅਸੀਸ ਲਈਏ ਤੇ ਨਾਲ ਸਾਹਿਬਾਂ ਦੇ ਚਰਨਾਂ 'ਚ ਨਮਸਕਾਰ ਕਰਕੇ ਪਿਆਰ ਸਤਿਕਾਰ ਅਤੇ ਅਦਬ ਦੇ ਨਾਲ ਦੋਵੇਂ ਹੱਥ ਜੋੜ ਇੱਕੇ ਵਾਰੀ ਕਹਿਣ ਤੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਅੱਜ ਦੇ ਪਾਵਨ ਬਚਨ ਦੇ ਅੰਦਰ ਅਪਾਰ ਬਖਸ਼ਿਸ਼ਾਂ ਕਰਦੇ ਨੇ। ਕਿਰਪਾ ਕਰਦੇ ਆ। ਆਸਾ ਮਹੱਲਾ ਪਹਿਲਾ, ਆਸਾ ਰਾਗ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸ਼ਬਦ ਦੇ ਅੰਦਰ ਬਾਕੀਮਤੀ ਵਿਚਾਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ। ਪਹਿਲੀ ਬੇਨਤੀ, ਇਸ ਬਚਨ ਦੇ ਅੰਦਰ ਸਤਿਗੁਰੂ ਜੀ ਨੇ ਪਰਮਾਤਮਾ ਦੀ ਸਿਫਤ ਸਲਾਹ ਕੀਤੀ। ਇਹ ਸਾਨੂੰ ਦਰਸਾਇਆ ਕਿ ਪਰਮਾਤਮਾ ਤੋਂ ਵੱਡਾ ਦੁਨੀਆ 'ਤੇ ਕੋਈ ਨਹੀਂ, ਉਹਦੇ ਵਰਗੀ ਤਾਕਤ ਵੀ ਕਿਸੇ ਕੋਲ ਨਹੀਂ। ਕਿਉਂਕਿ ਉਹਦੇ ਨਾਲ ਜਿਹੜੇ ਸ਼ਬਦ ਜੁੜਦੇ ਆ ਨਾ, ਉਹ ਸੰਸਾਰ ਨਾਲ ਨਹੀਂ ਜੁੜਦੇ। ਉਹਦੇ ਨਾਲ ਸ਼ਬਦ ਜੁੜਦੇ ਨੇ ਬੇਅੰਤ। ਬੇਅੰਤ ਦਾ ਅਰਥ ਹੁੰਦਾ ਜਿਹਦਾ ਕੋਈ ਅੰਤ ਹੀ ਨਹੀਂ। ਉਹਦੇ ਨਾਲ ਸ਼ਬਦ ਜੁੜਦਾ ਅਗੰਮ। ਉਹਦੇ ਨਾਲ ਸ਼ਬਦ ਜੁੜਦਾ ਪਾਰਾਵਾਰ। ਅਨੇਕਾਂ ਇਹੋ ਜਿਹੇ ਸ਼ਬਦ ਨੇ ਜਿਹੜੇ ਉਸ ਨਿਰੰਕਾਰ ਨਾਲ ਜੁੜਦੇ ਨੇ। ਸਤਿਗੁਰੂ ਜੀ ਕਹਿੰਦੇ ਆ ਉਹ ਨਿਰੰਕਾਰ ਬੜਾ ਅਗੰਮ ਹੈ। ਇੱਕ ਬਚਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਹਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਰੂੜੋ ਗੂੜੋ ਗਹਿਰ ਗੰਭੀਰੋ ਉੱਚੋ ਅਗੰਮ ਅਪਾਰੋ। ਪਰਮਾਤਮਾ ਬੜਾ ਡੂੰਘਾ ਹੈ, ਅਗੰਮ ਹੈ, ਬੇਅੰਤ ਹੈ। ਕੋਈ ਦਾਅਵਾ ਕਰਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਅਗੰਮ ਪਰਮਾਤਮਾ ਬੇਅੰਤ ਪਰਮਾਤਮਾ ਨੂੰ ਜਾਣ ਲਿਆ। ਬੜੇ ਵਿਰਲੇ ਹੁੰਦੇ ਆ ਜਿਹੜੇ ਉਸ ਰੱਬ ਨੂੰ ਜਾਣ ਪਾਉਂਦੇ ਆ। ਜਣੇ ਖਣੇ ਦੇ ਵੱਸ ਦੀ ਗੱਲ ਵੀ ਨਹੀਂ। ਸਮੁੰਦਰ ਨੂੰ ਕੌਣ ਜਾਣ ਪਾਇਆ? ਦਾਅਵਾ ਕਰਨ ਵਾਲਾ ਕਹੇ ਕਿ ਮੈਂ ਸਮੁੰਦਰ ਦਾ ਪਾਰਾਵਾਰ ਪਾ ਲਿਆ, ਨਹੀਂ, ਬੜਾ ਗਹਿਰਾ ਹੈ।
ਇਸੇ ਕਰਕੇ ਜਦੋਂ ਰੱਬ ਸਮੁੰਦਰ ਨੂੰ ਵੇਖਦੇ ਆ ਤੇ ਇੱਕ ਪੰਕਤੀ ਆਉਂਦੀ ਆ, ਤੂੰ ਬੇਅੰਤ ਕੋ ਵਿਰਲਾ ਜਾਣਾ ਹੈ। ਹੇ ਵਾਹਿਗੁਰੂ, ਤੂੰ ਬੜਾ ਬੇਅੰਤ ਹੈ ਤੇ ਤੈਨੂੰ ਕੋਈ ਵਿਰਲਾ ਹੀ ਜਾਣਦਾ। ਉਹ ਵਿਰਲੇ ਕਿਹੜੇ ਨੇ? ਉਹ ਵੀ ਕੋਈ ਜ਼ਿਆਦਾ ਨਹੀਂ, ਉਹਨਾਂ ਨੂੰ ਤੁਸੀਂ ਹੱਥਾਂ ਦੀਆਂ ਇਹਨਾਂ ਪੋਟਿਆਂ 'ਤੇ ਗਿਣ ਸਕਦੇ ਹੋ, ਬਹੁਤੇ ਨਹੀਂ। ਸੋ ਬੇਨਤੀ ਕਰਾਂ, ਪਰਮਾਤਮਾ ਬੜਾ ਵੱਡਾ ਹੈ। ਜੇ ਪਰਮਾਤਮਾ ਵੱਡਾ ਹੈ ਨਾ, ਦੂਜੀ ਬੇਨਤੀ ਹੈ, ਜੋ ਕੁਝ ਉਹਨੇ ਬਣਾਇਆ ਹੈ ਨਾ, ਉਹ ਉਹਦੀ ਬੇਅੰਤਤਾ ਦੇ ਵਿੱਚੋਂ ਹੀ ਨਿਕਲਿਆ ਹੋਇਆ ਹੈ। ਇਸੇ ਕਰਕੇ ਗੁਰੂ ਨਾਨਕ ਮਹਾਰਾਜ ਜੀ ਆਸਾ ਕੀ ਵਾਰ ਦੇ ਵਿੱਚ ਜਦੋਂ ਲਾਸਟ ਤੁਸੀਂ ਪੜ੍ਹਦੇ ਹੋ ਤੇ ਉੱਥੇ ਸਤਿਗੁਰੂ ਜੀ ਕਹਿੰਦੇ, ਹੇ ਰੱਬਾ, ਤੂੰ ਇੰਨਾ ਵੱਡਾ ਹੈ, ਤੇਰੀਆਂ ਤੇ ਵਡਿਆਈਆਂ ਦਾ ਵੀ ਕੋਈ ਅੰਤ ਨਹੀਂ ਹੈ। ਤੇਰੇ ਅੰਤ ਨੂੰ ਤਾਂ ਮੈਂ ਕੀ ਪਾਣਾ, ਤੂੰ ਤੇ ਹੈ ਹੀ ਬੇਅੰਤ। ਪਰ ਜਦੋਂ ਮੈਂ ਤੇਰੀਆਂ ਵਡਿਆਈਆਂ ਵੱਲ ਵੇਖਦਾ, ਉਹਨਾਂ ਦਾ ਵੀ ਕੋਈ ਪਾਰਾਵਾਰ ਨਹੀਂ ਹੈ। ਬਚਨ ਆਪਾਂ ਪੜ੍ਹਦੇ ਹਾਂ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਆ, ਜੇ ਕੋਈ ਕਵੇ ਵੀ ਨਾ, ਉਹ ਪਛਤਾਵਾ ਤੇ ਮਨ ਵਿੱਚ ਲੈ ਕੇ ਜ਼ਰੂਰ ਤੁਰੇਗਾ, ਪਰ ਕਹਿ ਨਹੀਂ ਪਾਏਗਾ। ਸਤਿਗੁਰੂ ਜੀ ਕਹਿੰਦੇ ਆ, ਉਹ ਪਰਮਾਤਮਾ ਹੈ ਹੀ ਇੰਨਾ ਵੱਡਾ। ਇੱਕ ਬਚਨ ਫਿਰ ਖਿਆਲ ਵਿੱਚ ਰੱਖਿਓ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਦਾ, ਕਿਆ ਹੂੰ ਕਥੀ, ਮੈਂ ਉਸ ਪਰਮਾਤਮਾ ਵੱਡੇ ਬਾਰੇ ਕੀ ਕਥਾਂ, ਕੀ ਬਿਆਨ ਕਰਾਂ। ਕਿਆ ਹੂੰ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥਨਾ ਜਾਈ। ਉਹ ਤਾਂ ਹੈ ਹੀ ਕਥਨਾ ਕਰੜਾ ਸਾਰ। ਪਰਮਾਤਮਾ ਬੜਾ ਬੇਅੰਤ ਹੈ। ਸੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਇਸ ਪਾਵਨ ਬਚਨ ਦੇ ਅੰਦਰ ਉਸ ਰੱਬ ਦੇ ਬਾਰੇ ਸਾਨੂੰ ਸਮਝਾਇਆ, ਜਿਹੜਾ ਸਭ ਤੋਂ ਉੱਤਮ ਤੇ ਸਭ ਤੋਂ ਸ੍ਰੇਸ਼ਟ ਹੈ। ਬੜਿਆਂ ਨੇ ਉਹਦੇ ਬਾਰੇ ਲਿਖਿਆ ਵੀ, ਬੜਿਆਂ ਨੇ ਉਹਦੇ ਬਾਰੇ ਸੁਣਿਆ ਵੀ, ਤੇ ਬੜਿਆਂ ਨੇ ਉਹਦੇ ਬਾਰੇ ਬੋਲਿਆ ਵੀ। ਸਤਿਗੁਰੂ ਜੀ ਕਹਿੰਦੇ, ਪਰ ਬੋਲ ਕੇ, ਸੁਣ ਕੇ, ਪੜ੍ਹ ਕੇ, ਲਿਖ ਕੇ ਵੀ ਕੋਈ ਉਹਦਾ ਪਾਰਾਵਾਰ ਨਹੀਂ ਪਾ ਸਕਿਆ। ਇੱਕ ਬਚਨ ਫਿਰ ਮੈਂ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਆਪਾਂ ਬਚਨ ਪੜ੍ਹਦੇ ਹਾਂ, ਉੱਥੇ ਸਤਿਗੁਰੂ ਜੀ ਕਹਿੰਦੇ ਆ, ਧਰਤੀ ਨੂੰ ਕਾਗਜ਼ ਬਣਾ ਲਈਏ। ਭਗਤ ਕਬੀਰ ਜੀ ਦਾ ਬਚਨ ਹੈ, ਕਬੀਰ ਸਾਤ ਸਮੁੰਦਰ ਮਸ ਕਰੋ। 7 ਸਮੁੰਦਰਾਂ ਦੀ ਮਸ ਦਾ ਅਰਥ ਹੁੰਦਾ ਸਿਆਹੀ ਬਣਾ ਲਾ। ਕਬੀਰ 7 ਸਮੁੰਦਰ ਮਸ ਕਰੋ, ਕਲਮ ਕਰੋ ਬਨਰਾਏ। ਆ ਜਿੰਨੀ ਵੀ ਕੁਦਰਤ ਹੈ, ਜਿੰਨੀ ਵੀ ਕਾਇਨਾਤ ਦੇ ਅੰਦਰ ਵਨਸਪਤੀ ਹੈ, ਦਰਖਤ ਨੇ, ਜੋ ਕੁਝ ਵੀ ਹੈ, ਇਹਨਾਂ ਨੂੰ ਘੜ ਕੇ ਮੈਂ ਕਲਮ ਬਣਾ ਲਾ, ਸਮੁੰਦਰਾਂ ਦੀ ਸਿਆਹੀ ਬਣਾ ਲਾ। ਇਸ ਵਨਸਪਤੀ ਦੀ ਮੈਂ ਘੜ ਕੇ ਕਲਮ ਬਣਾ ਲਾ। ਅੱਗੇ ਕਹਿੰਦੇ, ਬਸੁਧਾ ਕਾਗਦ ਜਿਉਂ ਕਰੋ। ਬਸੁਧਾ ਦਾ ਅਰਥ ਹੁੰਦਾ ਧਰਤੀ। ਧਰਤੀ ਨੂੰ ਮੈਂ ਕਾਗਜ਼ ਬਣਾ ਲਾ ਲਿਖਣ ਦੇ ਲਈ। ਤੇ ਅੱਗੇ ਭਗਤ ਕਬੀਰ ਜੀ ਬਾ ਕਮਾਲ ਦੀ ਗੱਲ ਕਰਦੇ ਆ, ਸਮੁੰਦਰ ਦੀ ਸਿਆਹੀ ਹੋਵੇ, ਬਨਰਾਏ ਇਹ ਸਾਰੀ ਕਲਮ ਹੋਵੇ, ਬਸੁਧਾ ਕਾਗਦ ਹੋਵੇ। ਤੇ ਭਗਤ ਕਬੀਰ ਜੀ ਕਹਿੰਦੇ, ਬਸੁਧਾ ਕਾਗਦ ਜਿਉਂ ਕਰੋ, ਹਰ ਜਸ ਲਿਖਣ ਨਾ ਜਾਏ। ਰੱਬ ਬੇਅੰਤ ਨੂੰ ਮੈਂ ਲਿਖ ਹੀ ਨਹੀਂ ਸਕਦਾ, ਭਾਵੇਂ ਜਿੰਨੀ ਮਰਜ਼ੀ ਮੇਰੇ ਕੋਲ ਸਿਆਹੀ ਕਲਮ ਕਿਉਂ ਨਾ ਹੋਵੇ। ਬਸ ਇਹੀ ਫਰਕ ਹੈ, ਰੱਬ ਦਾ ਅੰਤ ਕੋਈ ਨਹੀਂ। ਫਿਰ ਮੈਂ ਤੁਹਾਡਾ ਖਿਆਲ ਧੰਨ ਗੁਰੂ ਨਾਨਕ ਮਹਾਰਾਜ ਜੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦਾ। ਜਦੋਂ ਤੁਸੀਂ ਜਪਜੀ ਸਾਹਿਬ ਬਾਣੀ ਪੜ੍ਹਦੇ ਹੋ ਨਾ ਸਾਧ ਸੰਗਤ, ਬੜੇ ਧਿਆਨ ਦੇ ਨਾਲ ਬਾਣੀ ਪੜ੍ਹਿਆ ਕਰੋ। ਕੱਲੇ ਕੱਲੇ ਬੋਲ ਤੇ ਸਾਡੀ ਸੁਰਤ ਰੁਕ ਜਾਵੇ। ਸੁਰਤ ਜਦੋਂ ਰੁਕ ਕੇ ਤੁਰੇਗੀ ਤੇ ਸਮਝ ਕੇ ਤੁਰੇਗੀ, ਤੇ ਫਿਰ ਬਾਣੀ ਸਾਡੇ ਹਿਰਦੇ ਅੰਦਰ ਬਹਿੰਦੀ ਜਾਏਗੀ। ਫਿਰ ਭੁੱਲੇਗੀ ਨਹੀਂ ਸਾਨੂੰ, ਰੱਬ ਨਹੀਂ ਭੁੱਲੇਗਾ। ਫਿਰ ਬਾਰ-ਬਾਰ ਖਿਆਲ ਆਏਗਾ, ਜਿਸ ਬੇਅੰਤ ਦੀ ਮੈਂ ਵਡਿਆਈ ਪਿਆ ਕਰਦਾ, ਜਿਸ ਵੱਡੇ ਦੇ ਮੈਂ ਗੀਤ ਗਾ ਰਿਹਾ,
वो बड़ा वड्डा है, बड़ा वड्डा, वो छोटा नहीं है। दुनिया की हरेक चीज़ उहदे अगे छोटी पै जाती है जिथे रब की गल आउंदी है। मैं बेनती कर लगा सां, सतगुरु गुरु नानक महाराज जी उस रब दे बारे जदों गल करदे आ ना, तो एक पौड़ी आपां पढ़दे आ, अंत ना सिफती कहण ना अंत, अंत ना वेखण सुनण ना अंत। ਉਹਦੇ ਵਿੱਚ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਸ ਰੱਬ ਦੀ ਬੇਅੰਤਤਾ ਦੇ ਬਾਰੇ ਸਮਝਾ ਦਿੱਤਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਹੇ ਜਾਹੇ। ਇਹ ਅੰਤ ਨਾ ਜਾਣੈ ਕੋਏ, इस अंत नूं जानदा कोई, परमात्मा ते बड़ा बेअंत है। सो सतगुरु गुरु नानक महाराज जी ने इस पावन बचन दे अंदर बहुत कमाल दियां ये गल्लां साडे नाल साझियां कीतियां। मैं इस गल्लां नूं तां आधार बनाया ताकि आपां इस बचन नूं समझ सकीए। आओ सतगुरु गुरु नानक महाराज इस शब्द दे अंदर की कहिंदे आ, पढ़दे आपां रोज़ आ, सुणदे आपां रोज़ आ। पहली पंक्ति तो ही मैं आप जी दे नाल ये गल सांझी करन लगा। सुण वड्डा आखै सब कोए, केवड़ वड्डा डिठा होए। दो गल्लां इस पंक्ति दे विच कीतियां, एक सुनना ते एक वेखना। साडे ये दो ज्ञान इंद्रे ने, एक कन स्रोत दिते रब ने सुनन दे लई, ये अखां दित्तियां वेखण दे लई। बंदा सब तो वध भी यूज इन्हां नूं ही करदा है। हरेक गल नूं सानूं सुनना पैंदा है। जदों भी कोई ज्ञान लैणा ना, कन्नां राहीं ही लैणा है। चलो मान लो कि भी जिस बंदे कोल कन ने, उहदे कोल अखां ने, वो वेख के पढ़ के अखां राहीं भी ज्ञान लै लैंदा। ते जिहदे कोल अखां नहीं, दूजा बंदा सुनाएगा कन्नां राहीं, सुन के वो ज्ञान लै लेगा। बस यही कहानी है। इन्हां दोहां दा होना बड़ा जरूरी है। सतगुरु गुरु नानक महाराज जी दी बाणी दे अंदर सुनन दी भी गल आउंदी है, वेखण दी भी गल आउंदी है। चलो आपां थोड़ा जिहा इनू विचार लैने, फिर आपां शब्द की जिहड़ी विच सतगुरु जी गल करदे उहदी गल सांझी करांगे। दो गल्लां कीतियां ने, एक सुनना ते एक वेखना। सतगुरु गुरु नानक महाराज जी दा एक बचन है जिहदे विच सतगुरु जी दोवें गल्लां कर दिंदे आ। बचन साझा करा, मैं मूर्ख की केतक बात है। एक मैं बेनती पहलां करदिआं, ये गल ख्याल विच रखियो, असी वड्डे दी गल कर रहे हैं। वो वड्डा जिहदे बारे मैं तुहाडे नाल सांझी कीती कि वो बेअंत है, उहदा पारावार ही कोई नहीं। उहदे बारे सतगुरु जी की कहिंदे आ, मैं मूर्ख की केतक बात है, कोट पराधी तरियारे गुर नानक जिन सुनिया पेखिया, से फिर गरबास ना भरिया रे। ਇਹਦੇ ਵਿੱਚ ਸਤਿਗੁਰੂ ਜੀ ਨੇ ਸੁਣਨ ਦੀ ਵੀ ਗੱਲ ਕੀਤੀ, ਵੇਖਣ ਭਾਵ ਵੇਖਣ ਦੀ ਵੀ ਗੱਲ ਕੀਤੀ। ਸਤਿਗੁਰੂ ਜੀ ਕਹਿੰਦੇ ਜਿਨਨੇ ਉਸ ਵੱਡੇ ਦਾਤੇ ਦੀ ਗੱਲ ਸੁਣ ਲਈ, ਉਸ ਗੱਲ ਨੂੰ ਵੇਖ ਲਿਆ, ਸਮਝ ਲਿਆ, ਸਤਿਗੁਰੂ ਜੀ ਕਹਿੰਦੇ ਉਹ ਕਦੀ ਗਰਭ ਵਿੱਚ ਆਉਂਦਾ ਹੀ ਨਹੀਂ। ਜਿਨਨੇ ਇਹ ਗੱਲ ਨੂੰ ਮਾਣ ਲਿਆ ਕਿ ਮੈਂ ਉਸ ਵੱਡੇ ਦੀ ਗੱਲ ਕਰਦਾ ਜਿਹਦੇ ਅੰਦਰ ਆ ਗੁਣ ਹੈ। सतगुरु जी कहते हैं उहदे अंदर आ सब तो वड्डा गुण है किहड़ा, जिहदे बारे आपां बाणी विच पढ़दे आ। सतगुरु जी कहते हैं वो ऐसा दाता है, ऐसा निरंकार वाहिगुरू है, वो ऐसा गुरु है सब ते वड्डा, सतगुर नानक जिन कल राखी मेरी। आपां ते गल्लां ही रोज़ वड्डे दियां करदे आ। ਆਪਾਂ ਕਦੀ ਇੱਥੇ ਬੈਠ ਕੇ ਛੋਟੇ ਦੀਆਂ ਗੱਲਾਂ ਤਾਂ ਕੀਤੀਆਂ ਹੀ ਨਹੀਂ। ਹਾਂ, ਜਿੰਨੀ ਬੰਦੇ ਦੀ ਸੋਚ ਉੱਚੀ ਆ, ਸੁਰਤ ਛੋਟੀ ਹੋਏਗੀ, ਉਨੀ ਗੱਲ ਉਹ ਛੋਟੀ ਰੱਬ ਦੇ ਪ੍ਰਤੀ ਕਰੇਗਾ। ਪਰ ਚੇਤੇ ਰੱਖਣਾ,
ਜਿੱਥੇ ਗੱਲ ਗੁਰੂ ਤੇ ਰੱਬ ਦੀ ਚੱਲਦੀ ਹੈ ਨਾ, ਉਹ ਗੱਲ ਛੋਟੀ ਜਾਂ ਵੱਡੀ ਨਹੀਂ ਹੁੰਦੀ, ਕਿਉਂਕਿ ਗੁਰੂ ਦੀ ਤੇ ਰੱਬ ਦੀ ਗੱਲ ਹਮੇਸ਼ਾ ਹੀ ਵੱਡੀ ਹੁੰਦੀ ਹੈ। ਗੁਰੂ ਦੀ ਗੱਲ ਕਦੀ ਛੋਟੀ ਨਹੀਂ ਹੁੰਦੀ। ਸੋ ਸਤਿਗੁਰੂ ਜੀ ਦਾ ਬਚਨ ਇੱਕ ਹੋਰ ਸਾਂਝਾ ਕਰਾਂ, ਜੈਸਾ ਸਤਿਗੁਰ ਸੁਣੀਦਾ। ਇਹਦੇ ਵਿੱਚ ਵੀ ਸਤਿਗੁਰੂ ਜੀ ਨੇ ਸੁਣਨ ਦੀ ਡੀਟ ਭਾਵ ਵੇਖਣ ਦੀ ਗੱਲ ਕੀਤੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਮੈਂ ਸਤਿਗੁਰੂ ਸੁਣਿਆ ਸੀ ਉਹੋ ਜਿਹਾ ਮੈਂ ਵੇਖ ਵੀ ਲਿਆ। ਗਾਹੇ ਵਗਾਹੇ ਇੱਕ ਬਚਨ ਆਪ ਜੀ ਦੇ ਨਾਲ ਮੈਂ ਸਾਂਝਾ ਕਰਦਾ। ਦੋਵੇਂ ਗੱਲਾਂ ਸਪਸ਼ਟ ਹੋ ਜਾਣਗੀਆਂ। ਭੱਟ ਸਾਹਿਬਾਨਾਂ ਦੀ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਨਾ, ਤੇ ਭੱਟ ਸਾਹਿਬਾਨਾਂ ਨੇ ਬੜੀ ਕਮਾਲ ਦੀ ਇੱਕ, ਚਲੋ ਇਤਿਹਾਸਕ ਦੀ ਰੰਗਤ ਦੇ ਵਿੱਚ ਵੀ ਜਦੋਂ ਤੁਸੀਂ ਉਹਨੂੰ ਵੇਖੋਗੇ ਤਾਂ ਉਹ ਗੱਲ ਉੱਥੇ ਵੀ ਸਪਸ਼ਟ ਹੋ ਜਾਂਦੀ ਹੈ। ਬਚਨ ਆਪ ਜੀ ਦੇ ਨਾਲ ਕਈ ਵਾਰ ਸਾਂਝਾ ਕਰਦਾ। ਰਖਿਓ ਸੰਤ ਹੋ ਟੋਲ, ਸਾਧਵੋ ਤੇਰੇ ਡਿੱਠੇ। ਸਨਿਆਸੀ ਤਪਸੀਆ ਮੁਖੋਂ ਇਹ ਪੰਡਤ ਮਿੱਠੇ। ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ। ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਇਸ ਪੰਕਤੀ ਨੂੰ ਤੇ ਪਹਿਲੀ ਪੰਕਤੀ ਨੂੰ ਰਖਿਓ ਸੰਤ ਹੋ ਟੋਲ, ਸਾਧਵੋ ਤੇਰੇ ਡਿੱਠੇ। ਮੈਂ ਹੁਣ ਤੱਕ ਵੱਡੇ ਵੇਖਦਾ ਰਿਹਾ, ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ, ਤੇਰੇ ਦਰ ਵਰਗਾ ਮੈਨੂੰ ਵੱਡਾ ਕੋਈ ਨਜ਼ਰ ਹੀ ਨਹੀਂ ਆਇਆ। ਵੇਖੋ, ਇਹ ਮੈਂ ਤਾਂ ਨਹੀਂ ਨਾ ਕਹਿ ਰਿਹਾ, ਨਾ ਇਹ ਤੁਸੀਂ ਕਹਿ ਰਹੇ ਹੋ। ਇਹ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਬੈਠੇ 11 ਭੱਟ ਕਹਿ ਰਹੇ ਨੇ। ਹੁਣ ਤੱਕ ਅਸੀਂ ਬੜਿਆਂ ਨੂੰ ਵੇਖਿਆ, ਸਾਡੇ ਅੱਗੇ ਬੜੇ ਸੰਤ ਆਏ, ਬੜੇ ਸੰਨਿਆਸੀ ਆਏ, ਬੜੇ ਤਪਸੀ ਆਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਵੱਡੇ ਸਨ। ਅਸੀਂ ਉਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ, ਪਰ ਤੇਰੇ ਘਰ ਦੀਆਂ ਗੱਲਾਂ ਅਸੀਂ ਸੁਣੀਆਂ ਸਨ, ਤੇਰੇ ਘਰ ਦੀਆਂ ਵਿਚਾਰਾਂ ਅਸੀਂ ਸੁਣੀਆਂ ਸਨ। ਬਸ ਤੇਰੇ ਘਰ ਦੀਆਂ ਵਿਚਾਰਾਂ ਸੁਣ ਕੇ, ਗੱਲਾਂ ਸੁਣ ਕੇ ਜਦੋਂ ਤੇਰੇ ਦਰ 'ਤੇ ਆਏ, ਪਤਾ ਲੱਗ ਗਿਆ ਕਿ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਸੁਣਿਆ ਉਹੋ ਜਿਹਾ ਵੱਡੇ ਦੇ ਦਰਸ਼ਨ ਕਰ ਲੈ। ਫਿਰ ਮੈਂ ਬੇਨਤੀ ਕਰਾਂ, ਦੋ ਗੱਲਾਂ ਨੇ, ਇੱਕ ਸੁਣਨਾ ਤੇ ਇੱਕ ਵੇਖਣਾ। ਫਿਰ ਮੈਂ ਤੁਹਾਡਾ ਧਿਆਨ ਧੰਨ ਗੁਰੂ ਨਾਨਕ ਮਹਾਰਾਜ ਜੀ ਵਾਲੇ ਪਾਸੇ ਲੈ ਕੇ ਜਾਣਾ ਚਾਹੁੰਦਾ। ਹਾਲਾਂਕਿ ਚਲੋ ਜਪਜੀ ਸਾਹਿਬ ਦੀ ਬਾਣੀ ਆਪਾਂ, ਸਾਡਾ ਰੋਜ਼ ਵਾਸਤਾ ਪੈਂਦਾ ਇਹਨਾਂ ਬਾਣੀਆਂ ਦੇ ਨਾਲ, ਸਾਡੀਆਂ ਨਿਤਨੇਮ ਦੀਆਂ ਬਾਣੀਆਂ ਨੇ। ਧੰਨ ਗੁਰੂ ਨਾਨਕ ਮਹਾਰਾਜ ਗੱਲ ਹੀ ਸੁਣਨ ਤੋਂ ਸ਼ੁਰੂ ਕਰਦੇ ਆ। ਕਦੀ ਖਿਆਲ ਦਿੱਤਾ ਹੋਵੇ, 4 ਪੌੜੀਆਂ ਧੰਨ ਗੁਰੂ ਨਾਨਕ ਮਹਾਰਾਜ ਜੀ ਸੁਣਿਆਂ ਦੀਆਂ ਉਚਾਰਨ ਕਰਦੇ ਆ। ਉੱਥੇ ਸਤਿਗੁਰੂ ਜੀ ਸੁਣਨ ਦੀ ਗੱਲ ਕਰਦੇ ਆ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਨੂੰ ਸਮਝਾਇਆ ਸੁਣਨਾ ਵੀ ਬੜਾ ਜ਼ਰੂਰੀ ਹੈ, ਦੂਜੀ ਗੱਲ ਵੇਖਣਾ ਵੀ ਬੜਾ ਜ਼ਰੂਰੀ ਹੈ। ਧਾਰਮਿਕ ਦੁਨੀਆ ਦੇ ਅੰਦਰ ਨਾ ਇੱਕ ਗੱਲ ਬੜੀ ਪ੍ਰਚਲਿਤ ਹੈ। ਧਾਰਮਿਕ ਦੁਨੀਆ ਦੇ ਅੰਦਰ ਗੱਲ ਕੀ ਪ੍ਰਚਲਿਤ ਹੈ ਕਿ ਵੀ ਇੱਥੇ ਦਰਸ਼ਨ ਕਰਨ ਨੂੰ ਸਭ ਤੋਂ ਵੱਡੀ ਥਾਂ ਦਿੱਤੀ ਜਾਂਦੀ ਹੈ, ਰੱਬ ਨੂੰ ਵੇਖਣ ਨੂੰ ਸਭ ਤੋਂ ਵੱਡੀ ਥਾਂ ਦਿੱਤੀ ਜਾਂਦੀ ਹੈ। ਹਰੇਕ ਧਰਮੀ ਬੰਦਾ, ਅੱਜ ਜਿਹੜਾ ਤੁਸੀਂ ਹੁਕਮਨਾਮੇ ਦੇ ਅੰਦਰ ਬਚਨ ਆਇਆ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਹਦੇ ਅੰਦਰ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਇੱਕ ਬੇਨਤੀ ਕਰਦੇ ਆ, ਇਉਂ ਹਰ ਜੀਓ ਮੈਨੂੰ ਕਿਤੇ ਪਰਮਾਤਮਾ ਦੇ ਦਰਸ਼ਨ ਹੋ ਜਾਣ। ਜਾਂ ਇੱਕ ਬਚਨ ਆਪਾਂ ਪੜ੍ਹਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਉਹਦੇ ਵਿੱਚ ਸਤਿਗੁਰੂ ਜੀ ਕਹਿੰਦੇ ਆ, ਕੋਈ ਜਨ ਹਰਸਿਓ ਦੇਵੈ ਜੋਰ। ਕੋਈ ਮੈਨੂੰ ਹਰੀ ਪਰਮਾਤਮਾ ਦੇ ਨਾਲ ਜੋੜਨ ਤੋਂ ਭਾਵ ਹੈ ਕੋਈ ਮੈਨੂੰ ਹਰੀ ਪਰਮਾਤਮਾ ਦੇ ਦਰਸ਼ਨ ਕਰਾਦਾ। ਭਾਵ ਧਾਰਮਿਕ ਦੁਨੀਆ ਦੇ ਅੰਦਰ ਪਰਮਾਰਥ ਦੇ ਰਾਹ ਦੇ ਉੱਤੇ ਤੁਰਨ ਵਾਲਾ ਇੱਕੋ ਹੀ ਮਨ ਵਿੱਚ ਚਾਹਨਾ ਰੱਖਦਾ ਹੈ, ਮੈਂ ਰੱਬ ਦੇ ਦਰਸ਼ਨ ਕਰਨੇ ਆ। ਬਸ ਇਹੀ ਗੱਲ ਸਤਿਗੁਰੂ ਜੀ ਤੇ ਕਹਿ ਰਹੇ ਆ, ਇੱਕ ਸੁਣਨਾ, ਇੱਕ ਵੇਖਣਾ ਭਾਵ ਦਰਸ਼ਨ ਕਰਨਾ। ਹੁਣ ਤੀਜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ, ਜਿਹੜੀ ਇਸ ਪਾਵਨ ਬਚਨ ਦੇ ਅੰਦਰ ਗੁਰੂ ਨਾਨਕ ਮਹਾਰਾਜ ਕਰਦੇ ਆ।
सतगुरु गुरु नानक महाराज कहते सुन वड्डा आखै सब कोए। हुण मेरे वर्गे ने सुनिया हुंदा कि फलानी थां ते आ हुंदा, पर कई बार ये भी कहानी बन जाती है कि जो मैं सुनिया हुंदा वो कई बार सच नहीं हुंदा, वो कई बार सच नहीं हुंदा, क्योंकि आपां कदी उहदी पड़चोल ही नहीं कीती, आपां कदी वेखिया ही नहीं। असी सिर्फ सुनिया हुंदा, सुन के आपां अंदाजे ला के बयानबाजी कर दिंदे आ, कई बार बाद च सानू उहदे तो झूठा भी पैना पै जांदा। यही कहानी है, क्योंकि असी कन्नां तो सुनते जरूर हाँ, पर माफ करना कन्नां दे बड़े कच्चे हाँ। ये मैं तुहानू नहीं कह रहा, ये सारी दुनिया की गल है। आपां बड़े वडभागे, आपां गुरु की गल सुनते हैं, आपां धुर हिरदे अंदर धारण करते हैं, पर बहुता संसार कन्नां दा इन्ना कच्चा है, वो कदी पड़चोल नहीं करता, वो कदी वेखदा नहीं कि जो मैनू सुनाया जा रहा है या जो मैं सुन रहा कि वो सच है, ये हकीकत है। एक ही बदकिस्मती साडी सिख कौम दी है, माफ करना। आपां सुन लैने आ, आपां पड़चोल नहीं कर पाउंदे। बड़ा कुछ ऐसा है जिहड़ा सानू सुनाया ते जांदा है, धार्मिक रंगत दे के, कदी आपां बाणी विचों ओहदे ते मोहर ला के वेखी है कि भी बाणी इस गल नूं कि सच मनदी है। हुण सानू किसी ने अपनियां गल्लां विच उलझा के रब दीयां कुछ गल्लां सुना दित्तियां, आपां फट भरमाए गए कि भी आ गल्लां सच्चियां होणगियां रब बारे। पर चेते रखना कि गुरबाणी दी कसवट्टी दे उत्ते आपां उन्हां गल्लां नूं कदी परख के वेखिआ? जिद्दण तुहानूं ये समझ लग गई कि भी जो मैनूं सुनाया जाता है गुरबाणी दी कसवट्टी ते कि वह पूरा उतरदा है, फिर चेते रखना तुहाडे लई रब वड्डा होएगा। नहीं तो यकीनन मान लेना कल नूं तुसीं रब नूं भी छोटा समझण लग जाओगे, क्योंकि तुसीं गुरबाणी दी कसवट्टी ते नहीं उहनूं वाचिआ। अज यही तां बदकिस्मती है संसार दी, संसार ने रब नूं छोटा समझिया। मैं एक बचन परसों चौथे साझा किया सी साध संगत आप जी दे नाल सवेर दे दीवान दे अंदर। संसार ने रब नूं वड्डा नहीं जानिया, कीते को मेरे समान है। ये बचन ख्याल विच रखियो, बड़ा कमाल दा बचन है, गुरु अर्जन देव महाराज जी का बचन है, जेकर मैं भुलदा ना होवां। सतगुरु गुरु अर्जन देव महाराज कहते आ, कीते को मेरे समान है करण हार तृण जाना। हुण जेड़ा वड्डा परमात्मा सब कुछ करन करावन प्रभ एक सी, ओनू तां बिल्कुल बंदे ने तृण समान जानिया, अपने आप नूं सब तो वड्डा जानन लग गया। बस जदों इन्हें अपने आप नूं वड्डा जानिया, सतगुरु ने फिर इहो जी खेड इहदे नाल खेडी। हुण इह रब दे तरले पिया लैंदा, आ साडे सामने ही है सारा माहौल जो सिरजिया। हुण इह रब दे अगे अरदासां तरले पिया करदा, रब्बा मेरे तो गलती हो गई, मैं एक कर्म अपने नाल कर बैठा, तेरे नाल मैनू करना नहीं सी चाहिदा, मैनू मेरी एक खिमा कर, वड्डा ते तू ही होई है, होर तेरे नाल वड्डा कौन हो सकदा है। बस उहदे बारे सुनिया सी, पर वो कच्चे कन्नां नाल सुनिया सी, तां उहदे ते भरोसा नहीं बझा। जे किते गुरबाणी दी कसवट्टी दे नाल उहनूं आपां परख लैंदे ते चेते रखना आपां रब दे नेड़े हो जाना सी। दूरियां पै गईयां रब दे नालों। एक मैं बेनती होर करां, असल गल जिहड़ी रब दे बारे समझाउणी चाहीदी सी, साडे बहुते विद्वानां ने वो रब दे बारे सानूं समझाई, अपने कोलों घड़ घड़ के बहुतियां गल्लां तुहानूं समझा दित्तियां। बस एको गल समझाई दी कि भी रब तां धर्म दे नां ते एक डराउणा जिहा विशा है। धर्म तां एक डराउणा जिहा विशा है, तां डराउंदा है। धर्म डराउण वाली चीज़ थोड़ा सी जिहड़ी आपां डराउण वाली पेश करके रख दित्ती। रब सानू डराउंदा थोड़ा है, रब ने सानू डरावे थोड़ा दिते आ। रब तां गुरु रूप विच होके सानू समझाउंदा है। तो मैं फिर बेनती करदा, धर्म डराउण दा विशा नहीं, रब दी बाणी पढ़नी, रब नू सुनना डरना या डराउण वाला काम नहीं है। ये तां रब दी बाणी पढ़ के, रब्बी बाणी नू पढ़ के रब दे नेड़े होण दा विशा है।
ਧਰਮ ਤਾਂ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ। ਆਪਾਂ ਧਰਮ ਸਮਝਾ ਸਮਝਾ ਕੇ ਸੰਸਾਰ ਨੂੰ ਧਰਮ ਤੋਂ ਹੀ ਦੂਰ ਕਰ ਦਿੱਤਾ। ਤੇ ਉੱਥੋਂ ਮੈਨੂੰ ਇੱਕ ਗੱਲ ਚੇਤੇ ਆਉਂਦੀ, ਆਪਾਂ ਧਰਮ ਦੀ ਵਿਆਖਿਆ ਹੀ ਨਹੀਂ ਕਰ ਸਕੇ, ਮਾਫ ਕਰਨਾ। ਸਰੋ ਵਿਚਾਰ ਸਤਿਗੁਰੂ ਜੀ ਕਹਿੰਦੇ ਸੁਣ ਵੱਡਾ ਆਖੈ ਸਭ ਕੋਏ, ਸੁਣ ਕੇ ਕੋਈ ਮੇਰੇ ਵਰਗਾ ਉਸ ਵੱਡੇ ਨੂੰ ਬਿਆਨ ਕਰਦਾ। ਇਹਦੇ ਭਾਵ ਅਰਥ ਸੁਣ ਵੱਡਾ ਆਖੈ ਸਭ ਕੋਏ, ਹਰੇਕ ਜੀਵ ਹੋਰਨਾਂ ਪਾਸੋਂ ਸਿਰਫ ਸੁਣ ਕੇ ਆਖ ਦਿੰਦਾ ਹੈ ਕਿ ਹੇ ਪ੍ਰਭੂ ਤੂੰ ਵੱਡਾ ਹੈ। ਹੁਣ ਚੇਤੇ ਰੱਖਣਾ, ਕੋਈ ਕਹੀ ਜਾਵੇ ਕਿ ਵੀ ਪ੍ਰਮਾਤਮਾ ਬੜਾ ਵੱਡਾ ਹੈ, ਪ੍ਰਮਾਤਮਾ ਬੜਾ ਵੱਡਾ ਹੈ। ਜੇ ਕੋਈ ਉਹਨੂੰ ਪੁੱਛ ਲਏ, ਮੇਰੇ ਵਰਗੇ ਨੂੰ ਕੋਈ ਪੁੱਛ ਲਏ ਕਿ ਵੀ ਜਿਹਦੇ ਬਾਰੇ ਤੂੰ ਕਹਿ ਰਿਹਾ ਉਹ ਵੱਡਾ ਹੈ, ਉਹਦੇ ਬਾਰੇ ਤੂੰ ਇੱਕ ਗੱਲ ਵੀ ਜਾਣਦਾ, ਉਹਦੇ ਬਾਰੇ ਤੈਨੂੰ ਇੱਕ ਗੱਲ ਦੀ ਵੀ ਸਮਝ ਹੈ, ਜਿਹਦੀ ਤੂੰ ਰੱਟ ਲਾਈ ਹੈ ਵੱਡਾ ਹੈ ਵੱਡਾ ਹੈ ਵੱਡਾ ਹੈ, ਉਹਦੇ ਬਾਰੇ ਤੈਨੂੰ ਇੱਕ ਗੱਲ ਦੇ ਬਾਰੇ ਵੀ ਨੌਲੇਜ ਹੈ, ਉਹਦੇ ਬਾਰੇ ਮੇਰੇ ਵਰਗਾ ਹੋਏਗਾ ਉਹ ਆਖੇਗਾ ਕਿ ਵੀ ਮੈਂ ਤਾਂ ਸਿਰਫ ਸੁਣਿਆ ਹੀ ਹੈ ਉਹ ਵੱਡਾ ਹੈ, ਉਹਦੇ ਬਾਰੇ ਜਾਣਦਾ ਤੇ ਮੈਂ ਕੱਖ ਵੀ ਨਹੀਂ। ਹੁਣ ਮੈਂ ਬੇਨਤੀ ਕਰਾਂ, ਜਿਸ ਚੀਜ਼ ਬਾਰੇ ਸਾਨੂੰ ਪਤਾ ਹੀ ਨਹੀਂ ਉਹਨੂੰ ਹੱਥ ਪਾਉਣ ਦਾ ਹਿਆ ਆਪਾਂ ਕਿਉਂ ਕਰਦੇ ਹਾਂ? ਆਪਾਂ ਕੀ ਕਰਨਾ ਹੈ? ਹੱਥ ਤਾਂ ਪਾਉਣਾ ਉਹਨੂੰ, ਪਰ ਉਹਦਾ ਢੰਗ ਤਰੀਕਾ ਹੈ। ਉਸ ਰੱਬ ਵੱਡੇ ਦੇ ਬਾਰੇ ਆਪਾਂ ਸੰਸਾਰ ਤੋਂ ਨਹੀਂ, ਆਪਾਂ ਗੁਰੂ ਤੋਂ ਪੁੱਛਣਾ। ਧੰਨ ਗੁਰੂ ਨਾਨਕ ਮਹਾਰਾਜ, ਤੁਸੀਂ ਵੱਡੇ ਦੀਆਂ ਗੱਲਾਂ ਕਰਦੇ ਹੋ, ਮੈਂ ਤਾਂ ਸਿਰਫ ਸੁਣੀਆਂ ਨੇ, ਤੁਸੀਂ ਆਪਣੇ ਤਨ ਤੇ ਹੰਢਾਈਆਂ ਨੇ। ਤੁਸੀਂ ਮੈਨੂੰ ਦੱਸ ਦਿਓ ਕਿ ਉਹ ਵੱਡਾ ਦਾਤਾ ਕਿਵੇਂ ਦਾ, ਉਹਦੇ ਅੰਦਰ ਕੀ ਗੁਣ ਨੇ, ਉਹ ਕਿਹੋ ਜਿਹਾ। ਆਪਾਂ ਗੁਰੂ ਨਾਨਕ ਮਹਾਰਾਜ ਜੀ ਤੋਂ ਪੁੱਛਦੇ ਹੀ ਨਹੀਂ, ਆਪਾਂ ਪੁੱਛਦੇ ਹੀ ਉਹਨਾਂ ਦੇ ਕੋਲੋਂ ਸਿਰਫ ਜਿਨ੍ਹਾਂ ਨੇ ਸੁਣੀਆਂ ਹੁੰਦੀਆਂ ਨੇ। ਮੈਂ ਇੱਕ ਬੇਨਤੀ ਫਿਰ ਤੁਹਾਡੇ ਚਰਨਾਂ 'ਚ ਕਰਾਂ, ਕਿਸੇ ਦੇਹਧਾਰੀ ਨੂੰ ਨਾ ਪੁੱਛੋ, ਨਾ ਮੇਰੇ ਵਰਗੇ ਨੂੰ ਪੁੱਛੋ। ਤੁਸੀਂ ਆਪਣਾ ਸਹਿਜ ਪਾਠ ਆਰੰਭ ਕਰੋ, ਤੁਸੀਂ ਧੰਨ ਗੁਰੂ ਨਾਨਕ ਮਹਾਰਾਜ ਨੂੰ ਪੁੱਛੋ, ਸਹਿਜ ਪਾਠ ਕਰੋ, ਤੁਹਾਨੂੰ ਗੁਰੂ ਨਾਨਕ ਮਹਾਰਾਜ ਜਵਾਬ ਦੇ ਦੇਣਗੇ ਕਿ ਵੀ ਆਹ ਵੱਡੇ ਦੇ ਅੰਦਰ ਗੁਣ ਹੁੰਦੇ ਆ। ਗੁਰੂ ਨਾਨਕ ਮਹਾਰਾਜ ਇਕੱਲਾ ਸੁਣਾਉਂਦੇ ਹੀ ਨਹੀਂ, ਗੁਰੂ ਨਾਨਕ ਮਹਾਰਾਜ ਉਸ ਵੱਡੇ ਦੇ ਬਾਰੇ ਸਮਝਾ ਵੀ ਸਾਨੂੰ ਦਿੰਦੇ ਆ। ਸਰੋ ਵਿਚਾਰ ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡਿਠਾ ਹੋਏ। ਅੱਗੇ ਅਗਲੀ ਪੰਕਤੀ ਹੈ ਜੀ, ਪਰ ਤੂੰ ਕਿੱਡਾ ਵੱਡਾ ਹੈ, ਕਿਤਨਾ ਬੇਅੰਤ ਹੈ, ਇਹ ਗੱਲ ਤੇਰਾ ਦਰਸ਼ਨ ਕੀਤਿਆਂ ਤੋਂ ਬਿਨਾ, ਤੈਨੂੰ ਵੇਖੇ ਤੋਂ ਬਿਨਾ ਕੋਈ ਬਿਆਨ ਨਹੀਂ ਕਰ ਸਕਦਾ। ਹੁਣ ਜਿੰਨੇ ਦਰਸ਼ਨ ਕੀਤੇ ਆ, ਹੁਣ ਆਪਣੇ ਅੰਦਰ ਇੱਕ ਸਵਾਲ ਖੜਾ ਹੋਏਗਾ, ਮੈਨੂੰ ਤਾਂ ਉਹ ਵੀ ਨਹੀਂ ਦਿਸਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣਗੇ। ਮੈਂ ਬੇਨਤੀ ਕਰਾਂ, ਐਸਾ ਨਹੀਂ ਹੈ ਕਿ ਵੀ ਰੱਬ ਦੇ ਕਿਸੇ ਨੇ ਦਰਸ਼ਨ ਨਹੀਂ ਕੀਤੇ। ਤੁਸੀਂ ਗੁਰਬਾਣੀ ਦੇ ਅੰਦਰ ਉਹਨਾਂ ਭਗਤਾਂ ਨੂੰ ਵੇਖੋਗੇ ਜਿਨ੍ਹਾਂ ਨੇ ਰੱਬ ਨੂੰ ਆਪਣੇ ਸਾਹਮਣੇ ਬਿਠਾ ਕੇ ਰੱਬ ਦੇ ਨਾਲ ਗੱਲਾਂ ਕੀਤੀਆਂ ਨੇ। ਫਿਰ ਉਹਨਾਂ ਨੂੰ ਕੀ ਆਖੋਗੇ? ਇਹਨਾਂ ਨੇ ਰੱਬ ਦੇ ਦਰਸ਼ਨ ਨਹੀਂ ਕੀਤੇ। ਜਿਹੜੇ ਇਹ ਗੱਲ ਬਾਣੀ ਵਿੱਚ ਕਹਿੰਦੇ ਆ, ਰਾਮ ਕਬੀਰਾ ਏਕ ਭਇਆ ਕੋਇ ਨਾ ਸਕੈ ਪਛਾਨੀ, ਕਿ ਉਹਨਾਂ ਨੇ ਰੱਬ ਦੇ ਦਰਸ਼ਨ ਨਹੀਂ ਕੀਤੇ। ਜਿਹੜੇ ਇਹ ਗੱਲ ਕਰਦੇ ਆ, ਰੱਬਾ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਅੰਤਰ ਹੀ ਨਹੀਂ ਹੈ, ਕਿ ਉਹਨਾਂ ਰੱਬ ਦੇ ਦਰਸ਼ਨ ਨਹੀਂ ਕੀਤੇ। ਤੇ ਮੈਂ ਬੇਨਤੀ ਕਰਾਂ, ਆਪਾਂ ਉਹਨਾਂ ਦੇ ਕੋਲ ਹੀ ਚੱਲੀਏ, ਭਗਤਾਂ ਦੇ ਕੋਲ। ਭਗਤ ਸਾਹਿਬਾਨ ਜੀ, ਤੁਸੀਂ ਰੱਬ ਦੇ ਦਰਸ਼ਨ ਕੀਤੇ, ਤੁਸੀਂ ਦੱਸੋ ਕਿ ਵੀ ਰੱਬ ਕਿਹੋ ਜਿਹਾ ਹੁੰਦਾ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਕੇਵਡ ਵੱਡਾ ਡਿਠਾ ਹੋਏ, ਭਾਵ ਤੇਰਾ ਦਰਸ਼ਨ ਕੀਤਿਆਂ ਹੀ ਇਹ ਦੱਸੀ ਜਾ ਸਕਦੀ ਹੈ। ਫਿਰ ਛੋਟੀ ਜਿਹੀ ਮੈਂ ਇੱਕ ਉਦਾਹਰਨ ਆਪ ਜੀ ਦੇ ਨਾਲ ਸਾਂਝੀ ਕਰਾਂ। ਜਿਵੇਂ ਕਿਸੇ ਨੇ ਕੁਝ ਖਾਧਾ ਹੋਵੇ ਨਾ, ਉਹ ਖਾਣ ਵਾਲਾ ਹੀ ਤੁਹਾਨੂੰ ਦੱਸ ਸਕਦਾ ਕਿ ਵੀ ਇਹ ਮਿੱਠਾ ਸੀ ਕਿ ਕੌੜਾ ਸੀ, ਇਹ ਨਮਕੀਨਾ ਸੀ ਜਾਂ ਫਿੱਕਾ ਸੀ। ਸਵਾਦ ਤਾਂ ਉਹੀ ਬੰਦਾ ਜਾਣਦਾ ਜਿਹਨੇ ਚਖਿਆ, ਤੇ ਜਿਹਨੇ ਚਖਿਆ ਹੀ ਨਹੀਂ ਉਹ ਸਵਾਦ ਕੀ ਦੱਸੇਗਾ? ਉਹ ਆਖੇਗਾ ਕਿ ਮੈਨੂੰ ਪਤਾ ਨਹੀਂ, ਮੈਂ ਤਾਂ ਕਦੀ ਚਖਿਆ ਨਹੀਂ। ਬਸ ਇਹੀ ਕਹਾਣੀ ਹੈ। ਦੂਜਾ ਪੱਖ ਹੈ ਜੀ ਦਰਸ਼ਨ ਕਰਨ ਵਾਲਿਆਂ ਦਾ। ਬਾਣੀ ਵਿੱਚੋਂ ਸਿਰਫ ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਦਰਸ਼ਨ ਕਰ ਲੈਂਦੇ ਆ ਨਾ, ਉਹ ਬੋਲਣ ਜੋਗੀ ਕੁੱਖ ਨਹੀਂ ਰਹਿੰਦੇ, ਉਹ ਬੋਲਣ ਜੋਗੀ ਨਹੀਂ ਰਹਿੰਦੇ। ਮੈਂ ਬੜਾ ਹੈਰਾਨ ਹੋਇਆ ਜਦੋਂ ਆ ਬਚਨ ਪੜ੍ਹਿਆ ਭਗਤ ਬਾਣੀ ਦੇ ਅੰਦਰ, ਸਬਰ ਅੰਦਰ ਸਾਬਰੀ ਤਨ ਏਵੇਂ ਜਾਲੇਨ। ਇੰਨਾ ਸੰਤੋਖ, ਇੰਨਾ ਸਬਰ।
ਸਬਰ ਅੰਦਰ ਸਾਬਰੀ ਤਨ ਐਵੇਂ ਜਾ ਲੈਣ, ਹੋਣ ਨਜ਼ੀਕ ਖੁਦਾਏ ਦੇ, ਭੇਤ ਨਾ ਕਿਸੈ ਦੇਣ। ਕੀ ਭੇਤ ਦੇਣਗੇ? ਰੱਬ ਕਿਹੋ ਜਿਹਾ? ਬਸ ਹਾਂ, ਰੱਬ ਦੇ ਗੁਣ ਤੁਹਾਨੂੰ ਦੱਸ ਦੇਣਗੇ ਕਿ ਵੀ ਰੱਬ ਦੇ ਅੰਦਰ ਆ ਗੁਣ ਨੇ, ਉਹ ਕਿਹੋ ਜਿਹਾ ਦਿਸਦਾ, ਕਿਹੋ ਜਿਹਾ ਨਜ਼ਰ ਆਉਂਦਾ, ਇਹ ਉਹਨਾਂ ਦੇ ਵੀ ਬਿਆਨ ਤੋਂ ਪਰੇ ਹੈ। ਮੈਂ ਬੇਨਤੀ ਕਰਾਂ, ਸਤਿਗੁਰੂ ਜੀ ਦਾ ਇੱਕ ਹੋਰ ਬਚਨ ਆਪਾਂ ਕਈ ਵਾਰ ਸਾਂਝਾ ਕਰਦੇ ਹਾਂ। ਇੱਕ ਬਚਨ ਹੈ ਭਗਤ ਬਾਣੀ ਦੇ ਅੰਦਰ, ਕਹੋ ਕਬੀਰ ਗੂੰਗੇ ਗੁੜ ਖਾਇਆ। ਭਗਤ ਕਬੀਰ ਜੀ ਕਹਿੰਦੇ ਗੂੰਗੇ ਬੰਦੇ ਨੇ ਗੁੜ ਖਾਧਾ। ਹੁਣ ਉਹ ਤੇ ਵਿਚਾਰਾ ਪਹਿਲਾਂ ਹੀ ਜ਼ਬਾਨੋਂ ਫੇਲ ਹੈ, ਉਹ ਤਾਂ ਪਹਿਲਾਂ ਹੀ ਨਹੀਂ ਬੋਲ ਸਕਦਾ। ਹੁਣ ਜਿਹੜਾ ਬੋਲ ਹੀ ਨਹੀਂ ਸਕਦਾ ਉਹ ਤੁਹਾਨੂੰ ਖਾ ਕੇ ਕੀ ਦੱਸੇਗਾ ਕਿ ਵੀ ਗੁੜ ਮਿੱਠਾ ਸੀ ਕਿ ਕੌੜਾ ਸੀ? ਇਹੀ ਕਹਾਣੀ ਹੈ। ਜਿਨ੍ਹਾਂ ਨੇ ਰੱਬ ਦੇ ਦਰਸ਼ਨ ਕੀਤੇ ਕਹਿੰਦੇ ਕਿ ਵੀ ਉਹ ਇਸ ਅਵਸਥਾ ਵਿੱਚ ਚਲੇ ਗਏ, ਬੋਲਣ ਤੋਂ ਅਸਮਰਥ ਹੋ ਗਏ ਕਿ ਵੀ ਰੱਬ ਦੇ ਬਾਰੇ ਕੀ ਦੱਸੀਏ। ਹਾਂ, ਬਿਆਨ ਤਾਂ ਕਰ ਸਕਦੇ ਹਾਂ, ਪਰ ਇਹ ਵੀ ਨਹੀਂ ਕਹਿੰਦੇ ਕਿ ਵੀ ਮੁਕੰਮਲ ਬਿਆਨ ਕਰ ਦਿਆਂਗੇ, ਕਿਉਂਕਿ ਉਹਦਾ ਅੰਤ ਹੀ ਕੋਈ ਨਹੀਂ, ਉਹਦਾ ਮੁਕੰਮਲ ਹੋ ਹੀ ਨਹੀਂ ਸਕਦਾ, ਉਹਦਾ ਬੜਾ ਬੇਅੰਤ ਹੈ। ਇਸ ਕਰਕੇ ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਉਹਨੂੰ ਪੁੱਛਣ ਤੇ ਦੱਸੋ ਕੀ ਕਹੀਏ ਬਈ? ਉਹ ਕਹਿੰਦਾ ਮੈਨੂੰ ਨਹੀਂ ਪਤਾ। ਸਤਿਗੁਰੂ ਜੀ ਗੁਰੂ ਨਾਨਕ ਮਹਾਰਾਜ ਕਹਿੰਦੇ ਆ, ਤੇਰਾ ਦਰਸ਼ਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈ। ਅੱਛਾ, ਇੱਕ ਮੈਂ ਬੇਨਤੀ ਹੋਰ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਧਰਮ ਦੀ ਦੁਨੀਆ ਦੇ ਅੰਦਰ ਦਰਸ਼ਨ ਕਰਨਾ ਵੀ ਇੱਕ ਤਰੀਕੇ ਦਾ ਨਹੀਂ ਹੈ, ਚੇਤੇ ਰੱਖਣਾ। ਧਰਮ ਦੀ ਦੁਨੀਆ ਦੇ ਅੰਦਰ ਪਰਮਾਰਥ ਦੇ, ਰੂਹਾਨੀਅਤ ਦੇ ਰਾਹ ਤੇ ਤੁਰਨ ਵਾਲਾ ਬੰਦਾ ਦਰਸ਼ਨ ਕਰਨਾ ਵੀ ਇੱਕ ਤਰੀਕੇ ਦਾ ਨਹੀਂ ਹੈ। ਕਈ ਢੰਗ ਤਰੀਕੇ ਨੇ ਦਰਸ਼ਨ ਕਰਨ ਦੇ। ਕੋਈ ਕਿਸੇ ਤਰੀਕੇ ਦੇ ਨਾਲ ਦਰਸ਼ਨ ਕਰਦਾ, ਕੋਈ ਕਿਸੇ ਤਰੀਕੇ ਦੇ ਨਾਲ ਦਰਸ਼ਨ ਕਰਦਾ। ਹੁਣ ਇੱਕ ਉਹ ਹੈ ਜਿਹੜਾ ਪ੍ਰਤੱਖ ਦਰਸ਼ਨ ਕਰਦਾ, ਇੱਕ ਉਹ ਹੈ ਜਿਹੜਾ ਚੇਤੇ ਰੱਖਣਾ ਬਾਣੀ ਦੇ ਵਿੱਚੋਂ ਪੜ੍ਹ ਕੇ, ਬਾਣੀ ਦੇ ਸ਼ਬਦ ਦੇ ਰਾਹੀਂ ਦਰਸ਼ਨ ਕਰਦਾ। ਇੱਕ ਉਹ ਹੈ ਜਿਹੜਾ ਸਿਰਫ ਬਾਹਰੀ ਤੌਰ ਤੇ ਦਰਸ਼ਨ ਕਰਦਾ। ਇਹਨਾਂ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਿੱਤੀ ਹੋਈ ਹੈ। ਸੋ ਸਤਿਗੁਰ ਦਾਤਾ ਕਿਰਪਾ ਕਰੇ, ਕੱਲ੍ਹ ਨੂੰ ਆਪਾਂ ਜਿਹੜਾ ਇਹ ਸਤਿਗੁਰੂ ਜੀ ਨੇ ਸ਼ਬਦ ਸਾਨੂੰ ਦਿੱਤਾ, ਜਿਹਦੇ ਵਿੱਚ ਦਰਸ਼ਨ ਦੀ ਗੱਲ ਸਤਿਗੁਰੂ ਜੀ ਕਰਦੇ ਆ, ਕੱਲ੍ਹ ਨੂੰ ਆਪਾਂ ਬਾਣੀ ਵਿੱਚੋਂ ਵੇਖਾਂਗੇ ਕਿ ਵੀ ਦਰਸ਼ਨ ਕਰਨ ਦੇ ਕਿੰਨੇ ਰੂਪ ਨੇ। ਫਿਰ ਆਪਾਂ ਅੱਗੇ ਇਸ ਬਚਨ ਨੂੰ ਵਿਚਾਰਾਂਗੇ। ਅਗਲੀਆਂ ਪੰਕਤੀਆਂ ਵਿੱਚ ਸਤਿਗੁਰੂ ਗੁਰੂ ਨਾਨਕ ਮਹਾਰਾਜ ਕੀ ਕਹਿੰਦੇ ਆ, ਸਿਰਫ ਸੰਖੇਪ ਰੂਪ ਦੇ ਅੰਦਰ ਕੱਲ੍ਹ ਨੂੰ ਦਰਸ਼ਨ ਕਰਨਾ ਕਿੰਨੇ ਤਰ੍ਹਾਂ ਦਾ, ਕਿਸ ਰੂਪ ਦੇ ਵਿੱਚ ਸੰਸਾਰ ਦਰਸ਼ਨ ਕਰਦਾ ਹੈ, ਕਿਸ ਰੂਪ ਦੇ ਅੰਦਰ ਪਰਮਾਰਥ ਦੇ ਰਾਹ ਤੇ ਤੁਰਨ ਵਾਲਾ ਧਰਮੀ ਬੰਦਾ ਦਰਸ਼ਨ ਕਰਦਾ ਹੈ। ਇਹ ਦੋਵੇਂ ਗੱਲਾਂ ਨੂੰ ਆਪਾਂ ਬਣਾ ਕੇ ਆਧਾਰ ਕੱਲ੍ਹ ਦੀ ਵਿਚਾਰ ਜਿਹੜੀ ਉਹ ਸਾਂਝੀ ਕਰਾਂਗੇ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿ